ਵੀ ਤੇ ਹੁਣ ਰਹੇ ਹੈ ਸਾਰੇ ਭਰਾਵਾਂ ਨੂੰ ਮਸ਼ਵਰਾ ਹੈ ਮਿਹਰਬਾਨੀ ਕਰਤੇ ਪਟਾਈ ਘੱਟ ਕਰ ਦੇਵਣ ਕੰਮ ਕਰ ਦੇਵਣ ਤੇ ਇਹ ਕੋਈ ਰੇਟ ਬਿਹਤਰ ਉਸੀ ਵਰਨਾ ਰੇਟ ਥੱਲੇ ਆ ਰਿਹਾ। अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ। ਕਿਸਾਨ ਦੋਸਤੋ, ਆਲੂ ਦੀ ਪਟਾਈ ਕੱਚੀ ਤੇ ਆਲੂ ਦਾ ਪ੍ਰੋਗਰਾਮ ਖਰਾਬ ਹੋ ਗਿਆ ਜੇ ਤੇ ਆਓ ਚੱਲਨੇ ਜਨਾਬ ਇੱਥੇ ਗਾਹਕ ਆ ਖੜਾ ਹੈ ਉਹਦੇ ਕੋਲ ਪੁੱਛਨੇ ਖਰੀਦਾਰ ਤੋਂ ਇਹ ਪ੍ਰੋਗਰਾਮ ਖਰਾਬ ਕਿਉਂ ਹੋਇਆ ਹੈ ਤੇ ਨਾਲ ਹੀ ਤੁਹਾਨੂੰ ਜਨਾਬ ਆਲੂ ਦੀ ਪਟਾਈ ਦੀ ਪਰਫਾਰਮੈਂਸ ਵਿਖਾਣੇ ਆ। ਆਓ ਚਲਿਏ ਟਰੈਕਟਰ ਵੱਲ ਤੇ ਖਰੀਦਾਰ ਵੱਲ। अस्सलाम वालेकुम जी। वालेकुम सलाम। ਕੀ ਹਾਲ ਚਾਲ ਹੈ? अल्हम्दुलिल्लाह। ਕੀ ਨਾਂ ਤੁਹਾਡਾ? रियाज अली। ਰਿਆਜ਼ ਅਲੀ। ਕਿੰਨੇ ਅਰਸੇ ਤੋਂ ਆਲੂਆਂ ਦੇ ਕਾਰੋਬਾਰ ਵਿੱਚ ਮਸਰੂਫ ਹੋਏ? ये मैंने होगा ना 9 ਤੋਂ 10 ਸਾਲ। 9 ਤੋਂ 10 ਸਾਲ ਤੋਂ ਇਹ ਕੰਮ ਕਰਦੇ ਪਏ? ਹਾਂਜੀ ਇਹ ਮੈਨੂੰ ਦੱਸੋ ਵੀ ਆ ਜਿਹੜਾ ਪ੍ਰੋਗਰਾਮ ਖਰਾਬ ਹੋ ਚੁੱਕਿਆ ਹੈ ਆਲੂ ਦਾ ਜੀ। ਰੇਟ ਦਾ ਹਾਂਜੀ ਹਾਂਜੀ 6000 ਤੋਂ ਰਿਵਰਸ ਹੋ ਗਏ ਨੇ ਹਾਂਜੀ। ਤੇ ਇਹ ਕੀ ਹਿਸਾਬ ਸੌਦਾ ਹੋਇਆ ਹੈ? ਇਹ ਸਾਰਾ 3800 ਹੋਇਆ ਹੈ। 2 ਬੋਰੀ ਕਾਟ ਹੈ ਤੇ 122 ਕਿਲੋ ਵਜ਼ਨ ਹੈ ਤੇ ਆਲੂ ਦੀ ਮਤਲਬ ਅੱਗੇ ਸੀ ਘਟ ਸਮੋਕ ਦੀ ਵਜ੍ਹਾ ਤੋਂ ਆਲੂ ਦੀ ਆਮਦਨ ਘਟ ਗਈ ਹੈ। ਅੱਗੇ ਸੀ ਰੇਟ ਤੇਜ਼ ਸਮੋਕ ਦੀ ਵਜ੍ਹਾ ਤੋਂ ਹੁਣ ਜਿਹੜਾ ਆਮ ਪਟਾਈਆਂ ਹੁੰਦੀਆਂ ਪਈਆਂ ਜਿਵੇਂ ਜਿਵੇਂ ਪਟਾਈਆਂ ਆਮ ਹੁੰਦੀਆਂ ਪਈਆਂ ਉਹਨਾਂ ਦਾ ਰੇਟ ਥੱਲੇ ਆਉਂਦਾ ਪਿਆ। ਮਤਲਬ ਵੀ ਮੰਡੀ 'ਚ ਬੋਰੀਆਂ ਇਜ਼ਾਫੀ ਜਾ ਰਹੀਆਂ ਨੇ? ਹਾਂਜੀ ਮੰਡੀ 'ਚ ਪਟਾਈ ਜ਼ਿਆਦਾ ਇਜ਼ਾਫੀ ਹੋ ਰਹੀ ਹੈ ਨਾ, ਜਿਵੇਂ ਜਿਵੇਂ ਗਰਮੀ ਹੋਵੇਗੀ ਉਵੇਂ ਜ਼ਿਆਦਾ ਇਜ਼ਾਫੀ ਪਟਾਈ ਜ਼ਿਆਦਾ ਹੋਵੇਗੀ। ਅੱਛਾ, ਤੇ ਇਹਦਾ ਨੁਕਸਾਨ ਜ਼ਿਮੀਂਦਾਰਾਂ ਨੂੰ ਇਹ ਹੈ? ਜ਼ਿਮੀਦਾਰ ਨੂੰ ਨੁਕਸਾਨ ਹੈ ਜੀ। ਸਮੋਕ ਦੀ ਵਜ੍ਹਾ ਤੋਂ ਐਵਰੇਜ ਬੜੀ ਜ਼ਿਆਦਾ ਘਟ ਗਈ ਹੈ। 40 ਤੋਂ 45 ਬੋਰੀ ਕਿ 70 80 ਬੋਰੀ ਆਉਂਦੀ ਸੀ ਕੱਚੀ ਪਟਾਈ 'ਚ, ਹੁਣ 40 ਤੋਂ 45 ਆ ਰਹੀ ਹੈ। ਨਹੀਂ, ਬੋਰੀਆਂ ਵੀ ਘੱਟ ਨਿਕਲਦੀਆਂ ਪਈਆਂ ਨੇ ਹਾਂਜੀ, ਤੇ ਤੇ ਰੇਟ ਵੀ ਵੀ ਘੱਟ ਹੋ ਗਿਆ ਹੈ। ਜੀ ਸਰ। ਇਹ ਤਾਂ ਦੋਹਰਾ ਨੁਕਸਾਨ ਹੈ ਜ਼ਿਮੀਂਦਾਰ ਨੂੰ। ਦੋਹਰਾ ਨੁਕਸਾਨ, ਬਹੁਤ ਜ਼ਿਆਦਾ ਨੁਕਸਾਨ ਹੈ ਜੀ। ਖਰਚੇ ਵੀ ਪੂਰੇ ਨਹੀਂ ਹੋ ਰਹੇ। ਤੇ ਰਿਆਜ਼ ਭਾਈ ਇੱਥੋਂ ਫਿਰ ਤੁਸੀਂ ਦੀਪਾਲਪੁਰ ਤੇ ਦੀਪਾਲਪੁਰ ਤੋਂ ਸਿੱਧਾ ਕਰਾਚੀ ਜਾਂਦਾ ਮਾਲ? ਕਰਾਚੀ ਜਾਂਦਾ ਜੀ। ਇੱਥੇ ਕਰਾਚੀ ਦੀ ਕੀ ਸੂਰਤ ਹਾਲ ਹੈ? ਮਾਲ ਉੱਤੇ ਚੋਖਾ ਹੋ ਗਿਆ ਹੈ? ਮਾਲ ਉੱਥੇ ਜ਼ਿਆਦਾ ਹੋ ਗਏ, ਗੱਡੀਆਂ ਬਹੁਤ ਜ਼ਿਆਦਾ ਹੋਈਆਂ ਖੜੀਆਂ ਨੇ। ਉੱਥੇ ਤਕਰੀਬਨ 242 ਗੱਡੀ ਕੱਲ ਦੀ ਹੈ। ਉਹਦੀ ਵਜ੍ਹਾ ਤੋਂ ਰੇਟ ਘਟ ਗਿਆ। ਉੱਥੇ ਗੱਡੀ ਹੋਵੇ ਘੱਟ ਹੈ ਤੇ ਰੇਟ ਉੱਥੋਂ ਮੁੜ ਬਣਦਾ 2000-2500 ਰੁਪਇਆ ਮਣ ਦਾ ਵਿਕਦਾ ਹੈ। ਅਗਰ ਉੱਥੇ ਰੇਟ ਠੀਕ ਰਵੇ ਤਾਂ ਮੁੜ ਇੱਥੇ ਵੀ ਵਪਾਰੀ ਠੀਕ ਖਰੀਦਦਾ ਹੈ। ਜਦੋਂ ਉੱਥੇ ਮਾਲ ਜ਼ਿਆਦਾ ਹੋ ਜਾਂਦਾ ਹੈ ਤਾਂ ਫਿਰ ਇੱਥੇ ਆ ਤੇ ਮੰਦਾ ਹੋ ਜਾਂਦਾ ਹੈ। ਅੱਛਾ, ਮੈਨੂੰ ਦੱਸੋ ਰਿਆਜ਼ ਭਾਈ, ਇੱਥੋਂ ਹੁਣ ਆਪਾਂ 3800 ਲਿਆ ਹੈ, ਜੀ। ਇਹਦੇ ਦਾ ਖਰਚਾ ਕਿੰਨਾ ਆ ਜਾਂਦਾ ਮੰਡੀ ਤੇ ਲੈ ਜਾਂਦਾ ਤੁਹਾਡਾ? ਇਹ ਜੀ ਤੋੜਾ ਹੈਗਾ, ਤੋੜੇ ਦਾ ਖਰਚਾ ਆ ਸੀ 3 ਤੋਂ 400 ਰੁਪਇਆ। 400 ਰੁਪਇਆ ਖਰਚਾ ਆ ਹਾਂਜੀ। ਸੀ ਦਾ? ਜੇ ਅਗਰ ਬੋਰੀ ਹੋਵੇ ਤਾਂ ਬੋਰੀ ਦਾ 1000 ਰੁਪਇਆ ਖਰਚਾ ਆ ਜਾਂਦਾ, ਕਮਿਸ਼ਨ ਪਾ ਕੇ ਬੋਰੀ ਦਾ ਬਾਰਦਾਨਾ ਲਾ ਕੇ ਪੱਲੇਦਾਰ ਦੀ ਮਜ਼ਦੂਰੀ ਭਰ ਕੇ ਟਰਾਲੇ ਦਾ ਕਿਰਾਇਆ ਭਰ ਕੇ। ਠੀਕ ਹੋ ਗਿਆ। ਇਹ ਮੈਨੂੰ ਦੱਸੋ ਵੀ ਜਦੋਂ ਆਪਾਂ ਮੰਡੀ 'ਚ ਲਿਜਾਨੇ ਜੀ ਜਿਸ ਤਰੀਕੇ ਗੱਲਾਂ ਮੰਡੀ ਅਸੀਂ ਕਣਕ ਵੇਚਨੇ ਜਾਂ ਮੱਕੀ ਵੇਚਨੇ ਜੀ ਆ, ਜੀ 100 ਦੇ ਹਿਸਾਬ ਨਾਲ 8 ਲੈਂਦੇ ਨੇ, 2% ਇਹ 100 3%। ਮਗਰੋਂ 4 ਰੁਪਏ ਲੈ ਰਹੇ ਨੇ। ਇਹ ਵੀ 4 ਰੁਪਏ ਲੈ ਰਹੇ ਨੇ 100 ਮਗਰੋਂ? ਹਾਂਜੀ 100 ਰੁਪਏ 4 ਮਗਰੋਂ ਲੈ 4 ਰੁਪਏ ਲੈਂਦੇ ਪਰ 100 ਮਗਰੋਂ 100 ਰੁਪਏ ਮਗਰ 4 4% 4000 ਦੀ ਵਿਕ ਜਾਵੇ 5000 ਦੀ ਵਿਕ ਜਾਵੇ, ਮੰਡੀ ਜਦੋਂ ਬੋਲੀ ਹੋਣੀ ਉਦੋਂ ਉਸ ਹਿਸਾਬ ਨਾਲ ਕਮਿਸ਼ਨ ਹੋਣਾ ਕੱਟਣਾ ਹੈ। ਮਤਲਬ ਚੋਖੀ ਲੁੱਟ ਮਾਰ ਤਾਂ ਮੰਡੀ 'ਚ ਹੀ ਹੁੰਦੀ ਪਈ ਹੈ? ਹਾਂਜੀ ਮੰਡੀ ਚ ਹੁੰਦੀ ਕਿਉਂਕਿ 4% ਤੇ ਮੁਫਤੀ ਤੇ ਲੈ ਜਾਂਦੇ ਨੇ ਬੈਠੇ ਬਿਠਾਏ। ਬੈਠੇ ਬਿਠਾਏ ਉੱਥੇ ਲੈ ਲੈਂਦੇ ਨੇ। ਠੀਕ ਹੋ ਗਿਆ। ਹਾਂਜੀ ਰਿਆਜ਼ ਭਾਈ, ਇਹਦਾ ਕੋਈ ਹੈ ਅੱਗੇ ਤੋਂ ਵੱਧ ਸਕਦੇ ਨੇ ਜਾਂ ਨਹੀਂ? ਹੁਣ ਜ਼ਿਮੀਂਦਾਰਾਂ ਨੂੰ ਕੀ ਕਰਨਾ ਚਾਹੀਦਾ? ਪਟਾਈਆਂ ਰੋਕ ਦੇਣੀਆਂ ਚਾਹੀਦੀਆਂ ਨੇ ਜੀ। ਇਹ ਸਬਜ਼ੀ ਜਾਂ ਵਕਫੇ ਨਾ ਕਰਨੀ ਇਹ ਚਾਹੀਦੀ? ਸਬਜ਼ੀ ਹੈ, ਇਹਦਾ ਕੋਈ ਪਤਾ ਨਹੀਂ, ਵੱਧ ਵੀ ਸਕਦਾ, ਵਧੇਗਾ ਲਾਜ਼ਮੀ ਜਦੋਂ ਪਟਾਈਆਂ ਆਮ ਹੋਣੀਆਂ ਨੇ। ਕੋਈ ਧੜਾ ਲੱਗਣ ਲੱਗ ਜਸਣ, ਕੋਈ ਜਸਣ ਸਟੋਰਾਂ 'ਚ ਸਟੋਰਾਂ ਜਸਣ, ਕੋਈ ਧੜਾ ਲੱਗ ਸਣ, ਕੋਈ ਕਰਾਚੀ ਅੰਮ੍ਰਿਤਸਰ, ਕੋਈ ਇਸੇ ਤਰੀਕੇ ਜਿਹੜਾ ਰੇਟ ਬਣੇਦਾ ਪੱਕੀ ਪਟਾਈ 'ਚ। ਮਤਲਬ ਵੀ ਜਿੰਨੇ ਜ਼ਿਆਦਾ ਤਕਸੀਮ ਹੋਵੇਗੀ ਆਲੂ ਦੀ ਉਨੀ ਮਤਲਬ ਰੇਟ ਵਧੇਗਾ। ਮਤਲਬ ਜਿਹਨੂੰ ਜ਼ਰੂਰਤ ਹੈ ਕੋਈ 4 ਕਿੱਲੇ ਜਿਹਦਾ 30 ਕਿੱਲਾ ਉਹਨੇ 4 ਕਿੱਲੇ ਵੇਚਣਾ, ਬਾਕੀ ਦਾ ਸਟਾਕ ਕਰਨਾ ਹੈ। ਬਿਲਕੁਲ ਜਿਸ ਤਰੀਕੇ ਇੱਥੇ ਆਪਾਂ ਮੌਜੂਦ ਹੈ, ਰੇਟ ਜਿਹੜਾ ਹੈ ਵੀ ਬਣ ਜਾਸੀ ਦਾ। ਮਤਲਬ ਜਿਸ ਤਰੀਕੇ ਆਪਾਂ ਇੱਥੇ ਮੌਜੂਦ ਇਹਨਾਂ ਦੇ 28 ਕਿੱਲੇ ਹੈਗੇ ਨੇ, ਹਾਂਜੀ 2 ਕਿੱਲੇ ਵੇਚਦੇ ਪਏ 2 ਨੇ ਕਿੱਲੇ ਵੇਚਦੇ ਪਏ ਤੇ ਉਹ 2 ਕਿੱਲਿਆਂ ਦਾ ਵੀ ਸਮਝ ਲਓ ਨੁਕਸਾਨ ਹੀ ਹੈ ਨੁਕਸਾਨ ਹੈ ਜੀ। ਕਿ ਯਕਦਮ 6000 ਤੋਂ 5500 ਦੇ ਰਿਵਰਸ ਹੋ ਤੇ 3800 ਦੇ ਆ ਗਿਆ। ਦੇਖੋ ਨਾ ਜੀ, ਹੁਣ ਬੋਰੀ ਜਿਹੜੀ ਹੈ ਵੀ ਇਹਨਾਂ ਨੂੰ 5500 ਵੀ ਲੱਗਿਆ ਤੇ ਨਹੀਂ ਇਹਨਾਂ ਵਿੱਚ ਅੱਜ ਹੁਣ 3800 ਨੂੰ ਵੇਚਣ, ਆਖਰ ਕੋਈ ਮਜਬੂਰੀ ਹੈ ਤਾਂ ਉਹਦੀ ਵਜ੍ਹਾ ਤੋਂ ਬਾਕੀ ਰੋਕ ਲੈਣੇ, 2 ਕਿੱਲੇ ਵੇਚਦੇ ਪਏ। ਮਤਲਬ 1 ਕਿੱਲੇ ਮਗਰ ਇਹਨਾਂ ਨੂੰ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ। 1.5 ਤੋਂ 2 ਲੱਖ ਦਾ। ਹਾਂਜੀ ਅੱਜ ਤੋਂ ਪਹਿਲੇ 4 ਦਿਨ ਇਹਨਾਂ ਨੂੰ 5500 ਰੁਪਇਆ ਲੱਗਿਆ, 5500 ਲੱਗਿਆ ਇਹਨਾਂ ਨੇ। ਨਹੀਂ ਦਿੱਤੇ ਨੇ। ਠੀਕ ਹੈ, ਮਾਰਕੀਟ ਹੋ ਸਕਦਾ ਵਿਚਾਰਾ ਤੇ ਪੈ ਜਾਣਾ, ਲੇਕਿਨ ਉਹਦੀ ਵਜ੍ਹਾ ਤੋਂ ਆ ਤੇ ਮਾਰਕੀਟ ਡਾਊਨ ਹੋ ਗਈ ਹੈ ਤੇ ਇਹ ਰੇਟ ਘਟ ਗਿਆ। ਜੀ ਬਹੁਤ ਮਿਹਰਬਾਨੀ ਰਿਆਜ਼ ਭਾਈ। ਤੇ ਕਿਸਾਨ ਵੀਰ ਭਰਾਓ, ਬਿਹਤਰ ਹੈ ਪਟਾਈਆਂ ਇੱਕ ਵਾਰੀ ਬੰਦ ਕਰ ਦਿਓ। ਕਰਾਚੀ ਦਾ ਹਾਲ, ਦੀਪਾਲਪੁਰ ਦੀ ਮੰਡੀ ਜਾਂ ਜਿੱਥੇ ਵੀ ਆਲੂ ਜਾਂਦੇ ਨੇ ਉੱਥੇ ਜਨਾਬ ਥੋੜੀ ਜਿਹੀ ਸ਼ਾਰਟੇਜ ਕਰੋ ਤੇ ਫਿਰ ਜਾ ਕੇ ਰੇਟ ਵੱਲ ਮਿਲੇਗਾ ਜੀ। ਅਗਰ ਤੁਸੀਂ ਸ਼ਾਰਟੇਜ ਨਹੀਂ ਕਰੋਗੇ ਤੇ ਫਿਰ ਤੁਹਾਡੇ ਆਲੂਆਂ ਨੂੰ ਰੇਟ ਕੋਈ ਨਹੀਂ ਮਿਲਣਾ ਜੀ। ਤੇ ਤੁਸੀਂ ਅੰਦਾਜ਼ਾ ਲਾਓ, ਇੰਨੇ ਸੋਹਣੇ ਤੇ ਪਿਆਰੇ ਆਲੂ ਹੈਗੇ ਨਾ, ਚੈੱਕ ਕਰੋ ਸਾਈਜ਼ ਵੱਲੋਂ ਮਾਸ਼ਾਅੱਲਾ ਬਹੁਤ ਪਿਆਰੇ। ਤੇ ਅਫਸੋਸ ਕਿਸਾਨ ਨੂੰ ਰੇਟ ਉਹਦੀ ਮਿਹਨਤ ਦਾ ਨਹੀਂ ਲੱਭਦਾ ਪਿਆ। MF 385 ਤੇ ਹਕ ਨਵਾਜ਼ ਭਾਈ ਜਾਣੀ ਪਛਾਣੀ ਸ਼ਖਸੀਅਤ ਤੇ ਖੁਦ ਡਰਾਈਵ ਕਰਦੇ ਪਏ ਨੇ
ਤੇ ਰਿਆਜ਼ ਭਾਈ ਇੱਕ ਮੈਨੂੰ ਨਹੀਂ ਸਮਝ ਆਈ, ਸੈਂਟਾ ਆਲੂ ਜਿਹੜੇ ਨੂੰ ਵਿੱਚ ਹੁੰਦੇ ਨੇ, ਆਲੂ ਤਾਂ ਬਾਹਰ ਆਏ ਪਏ ਨੇ। ਇਹ ਵੱਲਾ ਹੱਥਾਂ ਨਾਲ ਖਿੱਚਿਆ ਨੇ, ਕਟਾਈ ਕੀਤੀ ਹੁੰਦੀ ਹੈ, ਫਿਰ ਵੀ ਬਾਹਰ ਆਉਂਦੇ ਸਨ। ਇਹ ਉਹਨਾਂ ਹੱਥਾਂ ਨਾਲ ਵੱਲਾ ਖਿੱਚਿਆ ਨੇ, ਉਹਦੀ ਵਜ੍ਹਾ ਤੋਂ ਇਹ ਜਿਹੜਾ ਵੀ ਆਲੂ ਬਾਹਰ ਆ ਗਏ। ਜੀ ਠੀਕ ਹੋ ਗਿਆ। किनवा गेयर है, दूसरा गेयर है दोस्तों, स्लो रेस ते कमाल दी परफॉर्मेंस है। इन्हां दा रूले भी सुट्टे हुए ने ताकि ना तो आलू कटीवेगा ते ना थल्ले रवेगा। ਡਾਕਟਰ ਸਾਹਿਬ ਕੀ ਹਾਲ ਹੈ? ਤੇ ਸਾਡੇ ਨਾਲ ਮੌਜੂਦ ਨੇ ਜਨਾਬ ਡਾਕਟਰ ਮੁਹੰਮਦ ਅਕਰਮ ਭੱਟੂ ਸਾਹਿਬ, ਉਹਨਾਂ ਦੀ ਰਾਏ ਲੈਣੇ। ਡਾਕਟਰ ਸਾਹਿਬ अस्सलाम वालेकुम। वालेकुम। डॉक्टर साहब रेट घट हो गया आलूआं दा, ऐसे खेत च रब नवाज बाई ਨੂੰ 5600 ਲੱਗਿਆ ਹੈ, 6000 ਵੀ ਲੱਗਿਆ ਤਾਂ ਹੁਣ ਹੋ ਗਿਆ 4000 ਤੇ 4 ਜਾਂ 2 ਕਿੱਲੇ ਵੇਚੇ ਨੇ। ਇਹ ਮੈਨੂੰ ਦੱਸੋ ਤੁਹਾਡੀ ਰਾਏ ਕੀ ਹੈ? ਸਾਡੀ ਤੇ ਹੁਣ ਰਾਏ ਹੈ, ਸਾਰੇ ਭਰਾਵਾਂ ਨੂੰ ਮਸ਼ਵਰਾ ਹੈ, ਮਿਹਰਬਾਨੀ ਕਰਤੇ ਪਟਾਈ ਘੱਟ ਕਰ ਦੇਵਣ, ਕੰਮ ਕਰ ਦੇਵਣ ਤੇ ਇਹ ਕੋਈ ਰੇਟ ਬਿਹਤਰ ਉਸੀ, ਵਰਨਾ ਰੇਟ ਥੱਲੇ ਆ ਰਹੀ ਹੈ। ਤੇ ਇਹ ਮਿਹਰਬਾਨੀ ਕਰਨ ਸਾਰੇ ਕਿ ਦੂਜਾ ਪੱਕੀ ਪਟਾਈ ਕਰਨ, ਕੱਚੀ ਪਟਾਈ ਤੇ ਨੁਕਸਾਨ ਹੈ ਤੇ ਕਿਸਾਨ ਨੁਕਸਾਨ ਦੀ ਵਜ੍ਹਾ ਨਾਲ ਬੜੇ ਪਹਿਲੇ ਵੀ ਤੰਗ ਹੈ ਤੇ ਹੋਰ ਤੰਗ ਹੋ ਜਾਸੀ। ਇਸ ਵਾਸਤੇ ਮਿਹਰਬਾਨੀ ਕਰਨ ਤੇ ਪਟਾਈ ਘੱਟ ਕਰ ਦੇਣ ਤੇ ਮੰਡੀਆਂ ਵਿੱਚ ਵੀ ਘੱਟ ਜਾਸੀ ਤੇ ਰੇਟ ਵੀ ਬਿਹਤਰ ਹੋ ਜਾਏ। ਬਿਹਤਰ ਡਾਕਟਰ ਸਾਹਿਬ ਇੱਕ ਅੰਦਾਜ਼ਾ ਲਾਓ ਵੀ ਇੱਕ ਤਾਂ 50 40 ਬੋਰੀ ਪੇ ਨਿਕਲਦੀ ਹੈ, ਇੱਕ ਰੇਟ 6000 ਤੋਂ ਰਿਵਰਸ 4000 ਹੋ ਗਿਆ, 2000 ਬੋਰੀ ਮਗਰ ਅਗਰ 50 ਬੋਰੀ ਵੀ ਤਾਂ ਲੱਖ 1.5 ਲੱਖ ਤਾਂ ਕਿਸਾਨ ਨੂੰ ਘਾਟਾ ਪੈ ਗਿਆ ਤੇ ਕੋਈ ਵਾਲੀ ਵਾਰਸ ਨਹੀਂ ਹੈਗਾ ਜ਼ਿਮੀਂਦਾਰ ਦਾ। ਪਾਕਿਸਤਾਨ ਵਿੱਚ ਇਹ ਕੰਮ ਹੈ ਕਿ ਕੋਈ ਵਾਲੀ ਵਾਰਸ ਨਹੀਂ ਹੁੰਦਾ ਕਿਸਾਨਾਂ ਦਾ, ਤੇ ਬਿਲਕੁਲ ਇਹਨੇ ਮਰੀਮ ਨਵਾਜ਼ ਨੇ ਜਿਹੜੀ ਨਹੀਂ ਪਾਈ ਖੜੀ ਹੈ ਨਾ, ਉਹਨੂੰ ਮਿਹਰਬਾਨੀ ਕਰਨੀ ਚਾਹੀਦੀ ਕਿਸਾਨਾਂ ਤੇ ਨਾਲੇ ਬਾਰਡਰ ਵੀ ਖੋਲਣੇ ਚਾਹੀਦੇ ਨੇ, ਜਿੰਦੀ ਵਜ੍ਹਾ ਨਾਲ ਨਾ ਇਹ ਆਲੂਆਂ ਦਾ ਰੇਟ ਬਿਹਤਰ ਹੋਵੇ। ਸੱਜੇ ਖੱਬੇ ਆਪਣੇ ਪੜੋਸੀ ਮੁਲਕਾਂ 'ਚ ਜਾਵਣ। ਬਿਲਕੁਲ ਇਹ ਆਪਣੇ ਆਲੂਆਂ ਦੀ ਵੈਸੇ ਵੀ ਮਾਰਕੀਟ ਅੱਛੀ ਹੈ ਤੇ ਇਹਨਾਂ ਦਾ ਮਿਆਰ ਵੀ ਅੱਛਾ ਹੈ। ਇਸ ਵਾਸਤੇ ਨਾ ਸਾਡੀ ਥੋੜੀ ਵਜ਼ੀਰ ਆਜ਼ਮ ਨਾਲ ਤੇ ਵਜ਼ੀਰ ਆਲਾ ਨਾਲ ਅਪੀਲ ਹੈਗੀ ਕਿ ਮਿਹਰਬਾਨੀ ਕਰਕੇ ਨਾ ਕਿਸਾਨਾਂ ਦਾ ਸੋਚਣ ਤੇ ਉਹਨਾਂ ਤੇ ਨਾ ਮਿਹਰਬਾਨੀ ਕਰਕੇ ਰੇਟ ਤਾਂ ਹੀ ਸਹੀ ਸੀਗਾ ਜਿਸੇ ਨਾਲ ਦੇ ਨਾਲ ਟ੍ਰੇਡ ਕੀਤੀ ਜਾਵੇ ਮੁਲਕਾਂ ਨਾਲ। ਬਿਹਤਰ ਕਰ ਸੀਗਾ ਜੇ ਟ੍ਰੇਡ ਹਰ ਮੁਲਕ ਨਾਲ ਹੋਣੀ ਚਾਹੀਦੀ ਹੈ, ਦੁਸ਼ਮਣ ਹੋਵੇ ਜਾਂ ਦੋਸਤ ਹੋਵੇ, ਟ੍ਰੇਡ ਹੋਣੀ ਚਾਹੀਦੀ ਹੈ। ਤੇ ਤਿਜਾਰਤ ਤੋਂ ਹੀ ਪ੍ਰੋਫਿਟ ਆਵੇਗਾ ਤਾਂ ਮੁਲਕ ਚੱਲਣਗੇ ਨਾ। ਸਹੀ ਬਾਤ, ਮੁਬਾਦਲਾ ਆਵੇਗਾ ਤਾਂ ਜਾਵੇਗਾ ਤਾਂ ਆਦੀ ਬੰਦਾ ਨਾ ਪ੍ਰੋਫਿਟ ਵਿੱਚ ਕਿਸਾਨ ਵੀ ਜਾਵੇਂਗੇ ਤੇ ਹਕੂਮਤ ਵੀ ਜਾਵੇਗੀ। ਜੀ ਬੇਸ਼ੱਕ, ਮਿਹਰਬਾਨੀ ਜੀ ਡਾਕਟਰ ਸਾਹਿਬ। ਇਹ ਵੇਖੋ ਜੀ ਇੱਕ ਸਪੈਸ਼ਲ ਬੰਦਾ ਲਾਇਆ ਹੋਇਆ ਜਨਾਬ ਮਾਲਕਾਂ ਨੇ, ਆ ਛੋਟਾ ਮਾਲਕ ਨਾਲ ਹੈ, ਇਹ ਹੁੰਦੀ ਇਹਦਾ ਕੰਮ ਹੈ ਜਨਾਬ ਮਗਰੂਆ ਕੋਈ ਆਲੂ ਸ਼ਾਲੂ ਸਾਈਡ ਦੇਵੇ ਉਹਨੂੰ ਚੁੱਕ ਕੇ ਰੱਖਣਾ ਤਾਂ ਕਿ ਦੁਬਾਰਾ ਫੇਰ ਆਵੇ ਤੇ ਟਾਇਰ ਦੇ ਥੱਲੇ ਆ ਕੇ ਆਲੂ ਖਰਾਬ ਨਾ ਹੋਵੇ। ਤੇ ਹੁਣ ਮੈਨੂੰ ਦਿਓ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।